subscribe this channel. Hello everyone. Today's our topic is about wage and salary administration. Base wages and salaries are defined as the hourly, weekly, and monthly pay that employees receive for their work in an organization. ਸੈਲਰੀ ਤੋਂ ਆਪਾਂ ਸਾਰੇ ਪੰਜਾਬੀ ਜਾਣਦੇ ਹਾਂ ਕਿ ਤਨਖਾਹ ਨੂੰ ਆਪਾਂ ਸੈਲਰੀ ਬੋਲਦੇ ਹਾਂ। ਵੇਜਿਸ ਵੀ ਸੇਮ ਹੀ ਹੁੰਦਾ ਐਜ਼ ਅ ਸੈਲਰੀ, ਤੇ ਉਹਦੇ ਡਿਫਰੈਂਸਿਸ ਨੇ ਜਿਹੜੇ ਉਹ ਅੱਗੇ ਡਿਸਕਸ ਕਰ ਲਾਂਗੇ। ਇਹ ਕਹਿੰਦਾ ਜੀ ਬੇਸ ਵੇਜਿਸ ਐਂਡ ਸੈਲਰੀਜ਼ ਆਰ ਡਿਫਾਈਨਡ ਐਜ਼ ਦਾ ਆਵਰਲੀ, ਵੀਕਲੀ ਐਂਡ ਮੰਥਲੀ ਪੇ ਡੈਟ EMPLOYEES ਰਿਸੀਵ ਫॉर देयर ਵਰਕ ਇਨ ਐਨ ਆਰਗੇਨਾਈਜੇਸ਼ਨ। ਕਹਿੰਦਾ ਬੇਸ ਵੇਜਿਸ ਐਂਡ ਸੈਲਰੀਜ਼ ਉਹ ਹੁੰਦੀਆਂ ਜਿਹੜੀਆਂ ਘੰਟੇ ਵਾਈਜ਼, ਹਫਤੇ ਵਾਈਜ਼ ਜਾਂ ਫੋਰਟਨਾਈਟ ਵਾਈਜ਼ ਜਾਂ ਮੰਥਲੀ ਵਾਈਜ਼ ਆਪਾਂ ਆਪਣੇ ਅਧਿਕਾਰੀ ਨੂੰ ਪੇ ਕਰਦੇ ਹਾਂ ਉਹਦੇ ਕੰਮ ਲਈ ਜਿਹੜਾ ਉਹਨੇ ਆਰਗੇਨਾਈਜੇਸ਼ਨ ਵਾਸਤੇ ਕੀਤਾ ਹੈ। ਫੋਰਟਨਾਈਟ ਦਾ ਮਤਲਬ ਹੁੰਦਾ 15 ਦਿਨਾਂ ਨੂੰ ਫੋਰਟਨਾਈਟ ਬੋਲ ਦਿੰਦੇ ਨੇ। ਵੇਜ ਐਂਡ ਸੈਲਰੀ ਐਡਮਿਨਿਸਟ੍ਰੇਸ਼ਨ ਇਜ਼ ਦਾ ਗਰੁੱਪ ਆਫ ਐਕਟੀਵਿਟੀਜ਼ ਇਨਵੋਲਵਡ ਇਨ ਡਿਵੈਲਪਮੈਂਟ, ਇੰਪਲੀਮੈਂਟੇਸ਼ਨ ਐਂਡ ਮੇਨਟੇਨੈਂਸ ਆਫ ਅ ਪੇ ਸਿਸਟਮ। ਵੇਜ ਐਂਡ ਸੈਲਰੀ ਐਡਮਿਨਿਸਟ੍ਰੇਸ਼ਨ ਕੀ ਹੁੰਦਾ ਹੈ? ਉਹ ਇੱਕ ਗਰੁੱਪ ਹੈ ਐਕਟੀਵਿਟੀਜ਼ ਦਾ, ਪ੍ਰੋਸੈਸਿਸ ਨੇ ਕਈ ਜਿਹੜੇ ਡਿਵੈਲਪਮੈਂਟ ਕਰਨ ਵਾਸਤੇ, ਇੰਪਲੀਮੈਂਟ ਕਰਨ ਵਾਸਤੇ ਤੇ ਮੇਨਟੇਨੈਂਸ ਆਫ ਪੇ ਵੀ ਜਿਹੜਾ ਸੈਲਰੀਜ਼ ਵਾਲਾ ਸਰਕਲ ਹੈ ਉਹ ਐਕੂਰੇਟ ਘੁੰਮਦਾ ਰਹੇ, ਹੈ ਨਾ ਜੀ। ਉਸ ਨੂੰ ਲੈ ਕੇ ਜਿਹੜੇ ਪ੍ਰੋਸੈਸਿਸ ਜਾਂ ਐਕਟੀਵਿਟੀਜ਼ ਕੈਰੀ ਕੀਤੀਆਂ ਜਾਂਦੀਆਂ ਉਹਨਾਂ ਨੂੰ ਵੇਜ ਐਂਡ ਸੈਲਰੀ ਐਡਮਿਨਿਸਟ੍ਰੇਸ਼ਨ ਬੋਲਿਆ ਜਾਂਦਾ। ਨਾਓ ਆਬਜੈਕਟਿਵਸ ਆਫ ਵੇਜ ਐਂਡ ਸੈਲਰੀ ਐਡਮਿਨਿਸਟ੍ਰੇਸ਼ਨ। ਵੇਜ ਐਂਡ ਸੈਲਰੀ ਐਡਮਿਨਿਸਟ੍ਰੇਸ਼ਨ ਦੇ ਆਬਜੈਕਟਿਵਸ ਕੀ ਹੁੰਦੇ ਨੇ? ਠੀਕ ਹੈ ਜੀ। ਪਹਿਲਾ, ਰਿਵਾਰਡ EMPLOYEES ਅਕੋਰਡਿੰਗ ਟੂ ਦਾ ਇਫੈਕਟ ਐਂਡ ਮੈਰਿਟ। ਇਹ ਕਹਿ ਰਹੇ ਜੀ ਪਹਿਲਾ ਆਬਜੈਕਟਿਵ ਕੀ ਹੈ ਵੀ EMPLOYEES ਨੂੰ ਇੱਕ ਰਿਵਾਰਡ ਦਾ ਮਤਲਬ ਹੁੰਦਾ ਕਿ ਇੱਕ ਮੋਟੀਵੇਸ਼ਨਲ ਕੋਈ ਜਿਵੇਂ ਚੀਜ਼ ਦੇਣੀ, ਉਹ ਕਿਸੇ ਵੀ ਰੂਪ 'ਚ ਹੋ ਸਕਦੀ ਹੈ, ਪੈਸੇ ਦੇ ਰੂਪ 'ਚ ਹੋ ਸਕਦੀ ਹੈ, ਪੇ ਨੂੰ ਲਾਈਕ ਪੇ ਜਾਂ ਕੋਈ ਬੋਨਸ ਜਾਂ ਕੋਈ ਹੋਰ ਗਿਫਟ ਵਗੈਰਾ, ਉਹਨੂੰ ਆਪਾਂ ਰਿਵਾਰਡ ਬੋਲ ਦਾਂਗੇ। ਇੱਥੇ ਕੀ ਹੈ ਰਿਵਾਰਡ? ਇੱਥੇ ਆਪਾਂ ਵੇਜ ਦੀ ਗੱਲ ਕਰ ਰਹੇ ਹਾਂ ਤਾਂ ਪੇ ਦੀ ਹੀ ਗੱਲ ਕਰਾਂਗੇ, ਸੈਲਰੀ ਦੀ। ਰਿਵਾਰਡ EMPLOYEES ਅਕੋਰਡਿੰਗ ਟੂ ਇਫੈਕਟ ਐਂਡ ਮੈਰਿਟ। ਸੈਕਿੰਡ ਹੈ ਜੀ ਅਟਰੈਕਟ ਐਂਡ ਰਿਟੇਨ ਦਾ ਸਰਵਿਸਿਸ ਆਫ ਡਿਜ਼ਾਇਰੇਬਲ EMPLOYEE। ਉਹਨਾਂ ਨੂੰ ਇਸ ਚੀਜ਼ ਨਾਲ ਅਟਰੈਕਟ ਕਰਨਾ ਤੇ ਜਿਹੜੀਆਂ ਉਹਨਾਂ ਦੀਆਂ ਸਰਵਿਸਿਸ ਨੇ, ਜਿਹੜੇ ਕੈਪੇਬਲ ਨੇ ਉਸ ਕੰਮ ਦੇ EMPLOYEES, ਉਹਨਾਂ ਲਈ ਉਹਨਾਂ ਨੂੰ ਅਟਰੈਕਟ ਕਰਨਾ। ਤੇ ਗੈਟ ਇੰਪਰੂਵਡ EMPLOYEE ਮੋਰਾਲ ਐਂਡ ਪ੍ਰੋਡਕਟੀਵਿਟੀ। ਮਤਲਬ ਜਿਹੜਾ EMPLOYEE ਦਾ ਮੋਰਾਲ ਆ ਤੇ ਜਿਹੜੀ ਉਹਦੀ ਪ੍ਰੋਡਕਟੀਵਿਟੀ, ਉਹਦੇ ਕੰਮ ਕਰਨ ਦੀ ਐਫੀਸ਼ੀਐਂਸੀ ਆ, ਉਸਨੂੰ ਹੋਰ ਵਧਾਉਣਾ, ਇਨਹਾਂਸ ਕਰਨਾ, ਤਾਂ ਕਿ ਆਪਾਂ ਉਹ ਤੋਂ ਜ਼ਿਆਦਾ ਕੰਮ ਲੈ ਸਕਦੇ ਤੇ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਲਿਆ ਜਾ ਸਕੇ। ਨੈਕਸਟ ਹੈ ਜੀ ਪੇ EMPLOYEES ਅਕੋਰਡਿੰਗ ਟੂ ਇੰਪੋਰਟੈਂਸ ਐਂਡ ਡਿਫੀਕਲਟੀ ਆਫ ਦਾ ਜੋਬ। ਫੋਰਥ ਹੈ ਜੀ ਆਬਜੈਕਟਿਵ ਇਹਦਾ ਕਿ ਹਰ EMPLOYEE ਦਾ ਆਪੋ ਆਪਣਾ ਕੰਮ ਹੈ, ਉਹਨੂੰ ਆਪਣੇ ਕੰਮ ਨੂੰ ਲੈ ਕੇ ਆਪਾਂ ਜੱਜ ਕਰਾਂਗੇ ਕਿ ਇਹ ਬੰਦੇ ਨੂੰ ਕਿੰਨੀ ਆਪਾਂ ਪੇ ਦੇਣੀ ਹੈ, ਕਿੰਨੀ ਸੈਲਰੀ ਦੇਣੀ ਹੈ। ਉਹ ਕੰਮ ਔਖਾ ਵੀ ਹੋ ਸਕਦਾ, ਸੌਖਾ ਵੀ ਹੋ ਸਕਦਾ, ਹੈ ਨਾ। ਉਹਦੀ ਇੰਪੋਰਟੈਂਸ ਤੇ ਡਿਫੀਕਲਟੀ ਆਫ ਦਾ ਜੋਬ ਨੂੰ ਦੇਖ ਕੇ ਆਪਾਂ ਉਹਨਾਂ ਦੀ ਪੇ ਹੈ ਜਿਹੜੀ ਉਹ ਫਿਕਸ ਕਰ ਦਾਂਗੇ। ਫਿਫਥ ਹੈ ਜੀ ਸਿੰਪਲੀਫਾਈ ਕਲੈਕਟਿਵ ਬਾਰਗੇਨਿੰਗ। ਮਤਲਬ ਕਿ ਜਿਹੜਾ ਕਲੈਕਟਿਵ ਬਾਰਗੇਨਿੰਗ ਹੁੰਦਾ, ਬਾਰਗੇਨਿੰਗ ਦਾ ਮਤਲਬ ਕੀ ਹੁੰਦਾ ਕਿ ਹਾਂ ਲੈਣ ਦੇਣ ਆਪਣਾ ਆਪਾਂ ਘਟਾਉਂਦੇ ਵਧਾਉਂਦੇ ਹੁੰਦੇ ਨਾ, ਉਸ ਤਰ੍ਹਾਂ ਵੀ ਹਾਂਜੀ 30 ਰੁਪਏ ਦੀ ਚੀਜ਼ ਹੈ ਜੀ ਤਾਂ ਤੁਸੀਂ 25 ਦੀ ਲਾ ਦਿਓ, 20 ਦੀ ਲਾ ਦਿਓ, ਨਾ ਉਹ ਚੀਜ਼ ਨੂੰ ਬਾਰਗੇਨਿੰਗ ਬੋਲਦੇ ਨੇ। ਉੱਥੇ ਕੀ ਹੈ ਸਿੰਪਲੀਫਾਈ ਕਲੈਕਟਿਵ, ਜਿਹੜੀ ਕਲੈਕਟਿਵ ਬਾਰਗੇਨਿੰਗ ਹੈ ਉਸਨੂੰ ਸਿੰਪਲੀਫਾਈ ਕਰ ਦਿੰਦੀ ਹੈ। ਇਹ ਆਬਜੈਕਟਿਵ ਹੈ। ਫੰਕਸ਼ਨਸ ਆਫ ਵੇਜ ਐਂਡ ਸੈਲਰੀ ਐਡਮਿਨਿਸਟ੍ਰੇਸ਼ਨ। ਵੇਜ ਐਂਡ ਸੈਲਰੀ ਐਡਮਿਨਿਸਟ੍ਰੇਸ਼ਨ ਜਿਹੜਾ ਉਹਦੇ ਫੰਕਸ਼ਨਸ ਕੀ ਹੁੰਦੇ ਨੇ? ਪਹਿਲਾ ਜੀ ਟੂ ਰეკਮੈਂਡ ਚੇਂਜਿਸ ਇਨ ਵੇਜ ਪੋਲਿਸੀਜ਼ ਐਂਡ ਸੈਲਰੀ ਆਫ ਵੇਜ ਲੈਵਲ। ਕਹਿੰਦੇ ਸਭ ਤੋਂ ਪਹਿਲਾਂ ਤਾਂ ਉਹ ਜੀ ਚੇਂਜਿਸ ਦਿੰਦਾ ਜੀ, ਦੱਸਦਾ ਹੈ ਵੀ ਆਪਾਂ ਆਹ ਚੇਂਜ ਕਰ ਸਕਦੇ ਹਾਂ ਵੇਜ ਪੋਲਿਸੀ। ਜਿਹੜੀ ਆਪਾਂ ਪਹਿਲਾਂ ਤੋਂ ਮੰਨ ਲਓ ਕਿਸੇ ਇੰਡਸਟਰੀ 'ਚ ਕੰਮ ਕਰ ਰਹੇ ਹਾਂ, ਉੱਥੇ ਵੇਜ ਪੋਲਿਸੀ ਚੱਲਦੀ ਹੈ ਵੀ ਹਾਂ ਇਸ ਅਕੋਰਡਿੰਗ ਇਹਨਾਂ ਨੂੰ ਕੰਮ ਦੇ ਅਕੋਰਡਿੰਗ ਪੈਸੇ ਦੇ ਰਹੇ ਹਾਂ, ਉਹਦੇ 'ਚ ਆਪਾਂ ਚੇਂਜਿਸ ਲਿਆ ਸਕਦੇ ਹਾਂ, ਉਹ ਰਿਕਮੈਂਡ ਕਰਦਾ। ਦੂਸਰਾ ਟੂ ਚੈੱਕ ਆਲ ਐਕਟੀਵਿਟੀਜ਼ ਆਫ ਸੈਲਰੀ ਐਡਮਿਨਿਸਟ੍ਰੇਸ਼ਨ ਗਰੁੱਪ ਅਗੇਂਸਟ ਕੰਪਨੀ ਪੋਲਿਸੀਜ਼। ਉਸ ਤੋਂ ਬਾਅਦ ਜਿਹੜਾ ਸੈਲਰੀ ਮਤਲਬ ਅਕਾਊਂਟਿੰਗ ਸਿਸਟਮ ਆ ਗਿਆ, ਸੈਲਰੀ ਐਡਮਿਨਿਸਟ੍ਰੇਸ਼ਨ ਆ ਗਿਆ, ਉਹ ਉਹਨਾਂ ਦੀਆਂ ਐਕਟੀਵਿਟੀਜ਼ ਮਤਲਬ ਕੀ ਕੰਮ ਕਰ ਰਹੇ ਹੈ। ਦੂਸਰੇ ਜਿਹੜੀਆਂ ਕੰਪਨੀ ਦੀਆਂ ਪੋਲਿਸੀਜ਼ ਨੇ ਉਹਨਾਂ 'ਚ ਕੀ ਅੰਤਰ ਹੈ, ਕਿ ਉਹ ਸਹੀ ਵੀ EMPLOYEES ਦੇ ਬੈਨੀਫਿਸ਼ੀਅਲ ਨੇ EMPLOYEES ਲਈ, ਉਹ ਚੈੱਕ ਕਰਨਾ। ਤੀਸਰਾ ਹੈ ਜੀ ਟੂ ਰਿਵਿਊ ਵੇਜ ਐਂਡ ਸੈਲਰੀ ਸਕੀਮਸ
ਡਿਪਾਰਟਮੈਂਟ ਵਾਈਜ਼। ਉਦੋਂ ਬਾਅਦ ਚ ਹਰ ਇੱਕ ਡਿਪਾਰਟਮੈਂਟ ਦਾ, ਜਿਵੇਂ ਇੰਡਸਟਰੀ 'ਚ ਅਲੱਗ-ਅਲੱਗ ਡਿਪਾਰਟਮੈਂਟਸ ਹੁੰਦੇ ਨੇ, HR ਡਿਪਾਰਟਮੈਂਟ, ਪ੍ਰੋਡਕਸ਼ਨ ਡਿਪਾਰਟਮੈਂਟ, ਇੰਸਪੈਕਸ਼ਨ ਡਿਪਾਰਟਮੈਂਟ, ਕੁਆਲਿਟੀ ਡਿਪਾਰਟਮੈਂਟਸ, ਸਾਰੇ ਡਿਪਾਰਟਮੈਂਟਸ ਨੂੰ ਆਪਾਂ ਉਹਨਾਂ ਦੀ ਵੇਜ ਐਂਡ ਸੈਲਰੀ ਜਿਹੜੀ ਸਕੀਮ ਹੈ, ਜਿਸ ਅਕੋਰਡਿੰਗ ਉਹਨਾਂ ਨੂੰ ਵੇਜ ਜਾਂ ਸੈਲਰੀ ਮਿਲ ਰਹੀ ਹੈ, ਉਹ ਰਿਵਿਊ ਕਰਨੀ, ਚੈੱਕ ਕਰਨਾ ਉਹਨਾਂ ਨੂੰ, ਤੇ ਕੰਪੇਅਰ ਕਰਨਾ ਵੀ ਹਾਂ ਕਿਤੇ ਕੋਈ ਕਮੀ ਤਾਂ ਨਹੀਂ। ਠੀਕ ਹੈ ਜੀ। ਨੈਕਸਟ ਹੈ ਜੀ ਐਲੀਮੈਂਟਸ ਆਫ ਵੇਜ ਐਂਡ ਸੈਲਰੀ। ਵੇਜ ਐਂਡ ਸੈਲਰੀ 'ਚ ਐਲੀਮੈਂਟਸ ਕੀ ਹੁੰਦੇ ਨੇ? ਪਹਿਲਾ ਵੇਜ ਐਂਡ ਸੈਲਰੀ ਹੀ ਹੁੰਦਾ ਜੀ, ਉਹ ਜਿਹੜੀ ਘੰਟਿਆਂ ਪ੍ਰਤੀ ਵੀ ਪੇ ਹੋ ਸਕਦੀ ਹੈ, ਹਫਤਿਆਂ ਦੀ ਵੀ, ਵੀਕਲੀ ਵੀ, ਮੰਥਲੀ ਵੀ, ਫੋਰਟਨਾਈਟ ਨੂੰ ਵੀ। ਸੈਕਿੰਡ ਹੈ ਜੀ ਇਨਸੈਂਟਿਵ, ਡਿਪੈਂਡਸ ਅਪਨ ਪ੍ਰੋਡਕਟਿਵਿਟੀ, ਸੇਲਸ, ਪ੍ਰੋਫਿਟ। ਇਨਸੈਂਟਿਵ ਕੀ ਹੁੰਦਾ? ਇਨਸੈਂਟਿਵ ਜਦੋਂ ਆਪਾਂ ਜਿਵੇਂ ਕਿ ਆਪਾਂ ਕਿਸੇ ਆਟੋਮੋਬਾਈਲ ਏਜੰਸੀ 'ਚ ਕੰਮ ਕਰਦੇ ਹਾਂ, ਉੱਥੇ ਜਦੋਂ ਆਪਾਂ ਕੋਈ ਰੈਫਰੈਂਸ ਨਾਲ ਆਪਾਂ ਕਿਸੇ ਦਾ ਕੰਪਨੀ ਥਰੂ ਕੰਮ ਕਰਦੇ ਹਾਂ ਨਾ, ਤਾਂ ਆਪਾਂ ਨੂੰ ਇਨਸੈਂਟਿਵ ਦਿੱਤਾ ਜਾਂਦਾ, ਐਕਸਟਰਾ ਪੇ ਦਿੱਤੀ ਜਾਂਦੀ ਹੁੰਦੀ ਹੈ ਆਪਣੇ ਕੰਮ ਦੀ, ਉਸਨੂੰ ਆਪਾਂ ਇਨਸੈਂਟਿਵ ਬੋਲਦੇ ਹਾਂ। ਠੀਕ ਹੈ ਜੀ। ਡਿਪੈਂਡਸ ਅਪਨ ਪ੍ਰੋਡਕਟਿਵਿਟੀ, ਸੇਲਸ, ਆਪਾਂ ਕੀ ਸੇਲ ਕੀਤਾ ਹੈ, ਤੇ ਪ੍ਰੋਫਿਟ ਕੀ ਹੋਇਆ, ਤੇ ਪ੍ਰੋਡਕਟਿਵਿਟੀ ਕੀ ਚੱਲ ਰਹੀ ਹੈ, ਉਸ ਦੇ ਅਕੋਰਡਿੰਗ ਇਨਸੈਂਟਿਵ ਦਿੱਤਾ ਜਾਂਦਾ ਹੁੰਦਾ। ਨੈਕਸਟ ਹੈ ਜੀ ਫਰਿੰਜ ਬੈਨੀਫਿਟਸ। ਫਰਿੰਜ ਬੈਨੀਫਿਟਸ ਇਹਦਾ ਕੀ ਮਤਲਬ ਹੈ? ਇਨਕਲੂਡਸ PF, ਗ੍ਰੈਚੁਇਟੀ, ਮੈਡੀਕਲ ਕੇਅਰ ਐਟਸੈਟਰਾ। ਮਤਲਬ ਕਿ PF ਦਾ ਮਤਲਬ ਪ੍ਰੋਵੀਡੈਂਟ ਫੰਡ, ਜਿਹੜਾ ਬੋਲਦੇ ਨਹੀਂ ਹੁੰਦੇ ਵੀ ਹਾਂ ਸਾਡੀ ਸੈਲਰੀ 'ਚੋਂ ਇੰਨਾ ਪੈਸੇ ਕੱਟਦੇ ਆ ਜੀ ਹਰ ਮਹੀਨੇ, ਤੇ ਉਹ ਜਦੋਂ ਬੰਦਾ ਜੋਬ ਛੱਡਦਾ ਤਾਂ ਉਹਨੂੰ ਉਦੋਂ ਮਿਲ ਜਾਂਦੇ ਆ, ਹੈ ਨਾ ਜੀ। ਮੈਡੀਕਲ ਕੇਅਰ ਜਾਂ ਹੋਰ ਅਲਾਊਂਸਿਸ ਦਿੱਤੇ ਜਾਂਦੇ ਨੇ ਆਪਣੇ EMPLOYEES ਨੂੰ, ਉਹਨਾਂ ਨੂੰ ਐਜ਼ ਅਕੋਰਡਿੰਗ ਟੂ ਰੈਂਕ ਦੇ ਆਰ ਵਰਕਿੰਗ ਔਨ, ਹੈ ਨਾ। ਤੇ ਵੀ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ, ਸਕੀਮਸ ਜਾਂ ਉਹਨਾਂ ਨੂੰ ਬੈਨੀਫਿਟਸ ਦਿੱਤੇ ਜਾਂਦੇ EMPLOYEES ਨੂੰ, ਉਹਨਾਂ ਨੂੰ ਉਹ ਫਰਿੰਜ ਬੈਨੀਫਿਟਸ ਦੇ ਅੰਡਰ ਆਉਂਦੇ ਨੇ। ਨੈਕਸਟ ਹੈ ਜੀ ਪਰਕਿਊਸਿਟੀਜ਼। ਠੀਕ ਹੈ ਜੀ। ਇਹ ਕੀ ਹੁੰਦਾ? ਅਲਾਊਡ ਟੂ ਐਗਜ਼ੀਕਿਊਟਿਵਸ ਐਂਡ ਇਨਕਲੂਡ ਕੰਪਨੀ ਕਾਰ, ਕਲੱਬ ਮੈਂਬਰਸ਼ਿਪਸ ਐਟਸੈਟਰਾ। ਇਹ ਕੀ ਹੁੰਦਾ ਜੀ? ਇਹ ਜਿਹੜੇ ਥੋੜਾ ਹਾਇਰ ਲੈਵਲ ਦੇ EMPLOYEES ਹੁੰਦੇ ਨੇ, ਹੈ ਨਾ, ਜ਼ਿਆਦਾ ਬੋਰਡ ਆਫ ਡਾਇਰੈਕਟਰਸ ਲਾ ਲਓ ਜਾਂ ਮੈਨੇਜਮੈਂਟ ਦੇ ਜ਼ਿਆਦਾ ਕਰੀਬੀ ਹੋ ਗਏ, ਹੈ ਨਾ, ਉਹਨਾਂ ਨੂੰ ਜਿਹੜੇ ਵੀ ਬਹੁਤੇ ਹਾਈ ਰੈਂਕਸ 'ਤੇ ਇਹ ਬੈਠੇ ਆ, ਉਹਨਾਂ ਨੂੰ ਯੂਜ਼ ਕੀਤੀ ਹੈ ਨਾ, ਜਿਵੇਂ ਕੰਪਨੀ ਵੱਲੋਂ ਕਾਰ ਮਿਲ ਗਈ ਜੀ, ਹੈ ਨਾ, ਜਾਂ ਕੋਈ ਕਲੱਬ ਮੈਂਬਰਸ਼ਿਪਸ ਮਿਲ ਜਾਂਦੀਆਂ ਉਹਨਾਂ ਨੂੰ, ਜਾਂ ਐਕਸਟਰਾ ਬੈਨੀਫਿਟਸ ਮੋਰ ਦੈਨ ਦਾ ਬੇਸਿਕ ਨੋਰਮਲ EMPLOYEES। ਨੈਕਸਟ ਹੈ ਜੀ ਨਾਨ ਮਨੀਟਰੀ ਬੈਨੀਫਿਟਸ। ਹੁਣ ਨਾਨ ਮਨੀਟਰੀ ਬੈਨੀਫਿਟਸ ਕੀ ਹੁੰਦੇ ਨੇ? ਜਿਹੜੇ ਪੈਸੇ ਨਾਲ ਰਿਲੇਟਡ ਨਹੀਂ ਹੁੰਦੇ। ਨਾਨ ਮਨੀਟਰੀ ਇਨਕਲੂਡਸ ਗਰੋਥ ਪ੍ਰੋਸਪੈਕਟਸ, ਕੰਫਰਟੇਬਲ ਵਰਕਿੰਗ ਕੰਡੀਸ਼ਨਸ। ਇਹ ਮਤਲਬ ਕਿ ਵੀ ਨਾਨ ਮਨੀਟਰੀ ਉਹ ਤਾਂ ਵੀ ਉਹਨਾਂ ਨੂੰ, ਜਿਹੜਾ ਮੰਨ ਲਓ ਪਹਿਲਾ ਬੰਦਾ ਮੈਨੇਜਰ ਸੀਗਾ, ਉਹਨੂੰ ਪ੍ਰਮੋਟ ਕਰਕੇ ਉਹ ਅੱਗੇ ਚਲਿਆ ਗਿਆ ਹੋਰ ਹਾਇਰ ਰੈਂਕ 'ਤੇ, ਹੈ ਨਾ, ਉੱਥੇ ਉਹਦੀਆਂ ਵਰਕਿੰਗ ਕੰਡੀਸ਼ਨਸ ਚੇਂਜ ਹੋ ਗਈਆਂ। ਕਿਤੇ ਉਹ ਪਹਿਲਾਂ ਕੰਬਾਈਨਡ ਰੂਮ 'ਚ ਵਰਕ ਕਰਦਾ ਸੀਗਾ, ਹੁਣ ਉਹਨਾਂ ਨੂੰ ਇੰਡੀਵਿਜੂਅਲੀ ਰੂਮ ਮਿਲ ਗਿਆ, ਹੈ ਨਾ, ਕੈਬਿਨ ਮਿਲ ਗਿਆ, ਉਹਦੀਆਂ ਵਰਕਿੰਗ ਕੰਡੀਸ਼ਨਸ ਨੇ, ਜਾਂ ਉਹਨਾਂ ਨੂੰ, ਹੈ ਨਾ, ਉਹੋ ਜਿਹੇ ਰਾਈਟਸ ਮਿਲ ਗਏ ਹੋਰ, ਉਹ ਹੁੰਦੇ ਨੇ ਆਪਣੇ ਨਾਨ ਮਨੀਟਰੀ ਬੈਨੀਫਿਟਸ। ਮੈਥਡਸ ਕੀ ਹੁੰਦੇ ਨੇ ਸੈਲਰੀ, ਵੇਜ ਐਂਡ ਸੈਲਰੀ ਐਡਮਿਨਿਸਟ੍ਰੇਸ਼ਨ ਦੇ? ਪਹਿਲਾਂ ਕਿ ਟਾਈਮ ਬੇਸਡ ਵੇਜ ਸਿਸਟਮ, ਫਿਰ ਹੈਗਾ ਪ੍ਰਾਈਸ ਬੇਸਡ ਵੇਜ ਸਿਸਟਮ। ਟਾਈਮ ਬੇਸਡ ਵੇਜ ਸਿਸਟਮ ਤੇ ਪ੍ਰਾਈਸ ਬੇਸਡ ਵੇਜ ਸਿਸਟਮ।